अस्सलाम वालेकुम रहमतुल्लाहि वबरकातुहू। अहीं जी अपना तीसरा टॉपिक ਜਿਹੜਾ ਦਿੱਤਾ ਗਿਆ ਹੈ ਨਾ ਸਾਡੇ ਸਿਲੇਬਸ ਦੇ ਵਿੱਚ ਸੀਐਸਐਸ ਤੇ ਪੀਐਮਐਸ ਦੇ ਵਿੱਚ ਸੁਲਤਾਨ ਬਾਹੂ ਦੇ ਹੈਗਾ। ਅਸੀਂ ਜਿਹੜਾ ਕਦੀਮ ਸ਼ਾਇਰੀ ਪੜ੍ਹ ਰਹੇ ਹਾਂ ਪੰਜਾਬੀ ਦੀ ਕਦੀਮ ਸ਼ਾਇਰੀ, ਉਹਦੇ ਚ ਤੀਸਰਾ ਟੌਪਿਕ ਜਿਹੜਾ ਸੁਲਤਾਨ ਬਾਹੂ ਰਹਿਮਤੁल्लाह अलैह ਤੋਂ ਮੁਤਲਕ ਤੇ ਸੂਫੀ ਸ਼ਾਇਰ ਸਨ। ਇਹਨਾਂ ਨੇ ਦੀਨ ਦੇ ਬਾਰੇ ਬਹੁਤ ਜ਼ਿਆਦਾ ਲਿਖਿਆ ਤੇ ਇਹਨਾਂ ਦੋ ਮੈਂ ਯਾਦ ਰੱਖਣ ਦਾ ਤੁਹਾਨੂੰ ਮੈਂ ਥੋੜਾ ਜਿਹਾ ਟ੍ਰਿਕ ਦੱਸ ਦਿਆਂਗਾ। ਤੁਸੀਂ ਰੇਂਜ ਰੱਖਣਾ ਸੁਲਤਾਨ ਤੋਂ 16 ਹੈ 16 ਤੋਂ ਸੁਲਤਾਨ 1628 ਤੇ 98 ਹੈ 28 ਤੇ 98 ਮੇਰਾ ਖਿਆਲ ਹੈ ਰੇਂਜ ਰਹੇਗਾ। ਦੇਖੋ ਨਾ 1628 ਚ ਜੰਮੇ ਸਨ ਤੇ 1698 ਦੇ ਵਿੱਚ ਫੌਤ ਹੋ ਗਏ ਸਨ। ਹੁਣ ਇੱਕ ਹੋਰ ਗੱਲ ਹੈ, ਵੇਖੋ ਇਹ ਨਾ ਯਾਦ ਰੱਖਣ ਦਾ ਟ੍ਰਿਕ ਹੁੰਦੇ ਨੇ ਕਿਉਂਕਿ ਬਹੁਤੇ ਸਾਰੇ ਹੁੰਦੇ ਨੇ ਰਾਈਟਰ ਤੇ ਯਾਦ ਨਹੀਂ ਰਹਿੰਦਾ। ਸੁਲਤਾਨ ਤੋਂ 16 ਤੇ ਸੁਲਤਾਨ ਤੋਂ ਅਵਾਨ ਵਾਲੇ ਪਿੰਡ 'ਚ ਪੈਦਾ ਹੋਏ ਹਨ। ਕੋਈ ਪਿੰਡ ਦਾਦਾ ਨਵਾਨ ਕਹਿੰਦਾ, ਕੋਈ ਖਾਲੀ ਵਾਨ ਕਹਿੰਦਾ, ਤੁਸੀਂ ਖਾਲੀ ਵਾਨ ਅਵਾਨ ਤੋਂ ਮਲਕ ਵੀ ਜ਼ਾਦ ਵੀ ਹੈਗੀ ਨਾ ਪੰਜਾਬ ਦੇ ਵਿੱਚ, ਉਹ ਵੀ ਤੁਸੀਂ ਯਾਦ ਰੱਖ ਲੈਣਾ ਵੀ ਸੁਲਤਾਨ ਬਾਹੂ 1628 ਦੇ ਵਿੱਚ ਪੈਦਾ ਹੋਏ ਸਨ। ਪਿੰਡ ਅਵਾਨ ਝੰਗ ਦਾ ਇੱਕ ਪਿੰਡ ਹੈ ਜੀ, ਸ਼ੋਰਕੋਟ ਦੇ ਲਾਗੇ ਅਵਾਨ ਪਿੰਡ, ਛੋਟਾ ਜਿਹਾ ਪਿੰਡ ਹੈ ਜੀ, ਠੀਕ ਹੈ ਜੀ। ਉੱਥੇ ਹੀ ਪੈਦਾ ਹੋਏ ਸਨ ਤੇ ਉੱਥੇ ਹੀ ਫੌਤ ਹੋ ਗਏ ਤੇ ਇਹਨਾਂ ਦਾ ਹੁਣ ਦਰਬਾਰ ਝੰਗ ਦੇ ਵਿੱਚ ਹੈ, ਅਵਾਨ ਸੁਲਤਾਨ, ਠੀਕ ਹੈ। ਤੁਸੀਂ ਭਾਵੇਂ ਸ਼ੋਰਕੋਟ ਨੂੰ ਭੁੱਲ ਜਾਣਾ, ਝੰਗ ਨੂੰ ਤੇ ਅਵਾਨ ਨੂੰ ਯਾਦ ਰੱਖਣਾ ਵੀ ਦਰਬਾਰ ਵੀ ਤੇ ਝੰਗ ਦੇ ਵਿੱਚ ਨਾ। ਸੋ ਇਹਨਾਂ ਨੂੰ ਇਸ ਤਰ੍ਹਾਂ ਤੁਸੀਂ ਯਾਦ ਰੱਖ ਸਕਦੇ ਹੋ। ਆਹ ਟ੍ਰਿਕ ਹੁੰਦਾ ਯਾਦ ਰੱਖਣ ਦਾ, ਸੁਲਤਾਨ 1628 ਤੇ 1698, ਠੀਕ ਹੈ। ਤੇ ਅਵਾਨ ਸੁਲਤਾਨ ਤੇ ਅਵਾਨ ਝੰਗ ਦੇ ਵਿੱਚ ਪੈਦਾ ਹੋਏ। ਸੁਲਤਾਨ ਬਾਹੂ ਜਿਹੜੇ ਨਾ ਇਹ ਇੱਕ ਵੱਡੇ ਘਰਾਣੇ 'ਚ ਜੰਮੇ ਹਨ। ਇਹਨਾਂ ਦੇ ਜੋ ਵਾਲਦ ਸਾਹਿਬ ਸਨ ਇਹਨਾਂ ਦੇ ਜੰਮਣ ਤੋਂ ਥੋੜੀ ਦੇਰ ਬਾਅਦ ਫੌਤ ਹੋ ਗਏ ਹਨ। ਲੇਕਿਨ ਜਿਹੜਾ ਨਾ ਅਸੀਂ ਥੋੜੇ ਕੁਝ ਫੈਕਟਸ ਫਿਗਰ ਵੇਖ ਲਈਏ। ਇਹਨਾਂ ਦੇ ਜਿਹੜੇ ਵਾਲਦ ਸਨ ਉਹਨਾਂ ਦਾ ਨਾਂ ਸੀ ਬਾਜ਼ੀਦ ਮੁਹੰਮਦ ਜਾਂ ਖਾਲੀ ਬਾਜ਼ੀਦ ਤੁਸੀਂ ਲਿਖ ਸਕਦੇ ਹੋ, ਠੀਕ ਹੈ, ਜਾਂ ਬਾਜ਼ੈਦ ਤੁਸੀਂ ਲਿਖ ਸਕਦੇ ਹੋ, ਜੋ ਤੁਹਾਨੂੰ ਠੀਕ ਲੱਗੇ। ਮਤਲਬ ਇਹਦਾ ਉਹ ਲਿਖਣ ਦਾ ਤਰੀਕਾ ਇਹ ਹੋਣਾ, ਬਾਕੀ ਜੋ ਤੁਹਾਨੂੰ ਪ੍ਰੋਨਾਂਸੀਏਸ਼ਨ ਦੇ ਵਿੱਚ ਜੋ ਮਰਜ਼ੀ ਕਰ ਲਓ ਤੁਸੀਂ। ਅਦਾਇਗੀ ਜੇ ਤੁਸੀਂ ਆਪਣੇ ਤਲਫਜ਼ ਤੁਹਾਡਾ ਲਹਿਜੇ ਦੇ ਮੁਤਾਬਕ ਤੁਹਾਡਾ ਸਰਾਕੀ ਹੈ, ਮਾਝੀ ਹੈ, ਠਾਠੀ ਹੈ, ਜਿਹੜਾ ਵੀ ਹੈ ਤੁਸੀਂ ਉਸ ਹਿਸਾਬ ਨਾਲ ਚੱਲ ਲਓ, ਠੀਕ ਹੈ ਜੀ। ਮੁੱਤਕੀ ਦੇ ਆਲਮ ਸਨ, ਹਾਫਜ਼ ਵੀ ਸਨ ਤੇ ਮੁਗਲ ਫੌਜ ਦੇ ਵਿੱਚ ਉੱਚੇ ਅਹੁਦੇ ਦੇ ਵਿੱਚ ਵੀ ਸਨ ਤੇ ਉੱਤੇ ਸਨ, ਠੀਕ ਹੈ। ਕਿੱਥੇ? ਸ਼ੋਰਕੋਟ ਦੇ ਵਿੱਚ। ਸ਼ੋਰਕੋਟ ਚ ਆਪਦੇ ਵਾਲਦ ਜਿਹੜੇ ਨਾ ਉਹ ਉੱਥੇ ਅਪਾਇੰਟਡ ਸਨ। ਤੇ ਫਿਰ ਜਦੋਂ ਉਹ ਫੌਤ ਹੋਏ ਤੇ ਉਹਨਾਂ ਦੇ ਕੰਮਾਂ ਦੇ ਕਰਕੇ, ਉਹਨਾਂ ਦੇ ਚੰਗੇ ਕਰਮਾਂ ਦੇ ਕਰਕੇ ਜੋ ਮੁਗਲ ਫੌਜ ਸੀ, ਠੀਕ ਹੈ ਜੀ, ਉਹਨੇ ਆਪ ਨੂੰ ਆਪਦੇ ਵਾਲਦ ਸਾਹਿਬ ਨੂੰ 50,000 ਵਿਗੇ ਜਿਹੜਾ ਹੈ ਨਾ 50,000 ਵਿਗਿਆਂ 'ਚ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿਆਂ ਤਾਂ ਕਿ ਤੁਹਾਨੂੰ ਜ਼ੇਨ 'ਚ ਕੰਮ ਕਾਰ ਕਰੇ। ਆਮ ਤੌਰ ਤੇ ਸਾਡਾ ਘਰ ਹੁੰਦਾ ਕਨਾਲਾਂ ਦੇ ਵਿੱਚ, ਠੀਕ ਹੈ ਮੋਤੀਆਂ ਵਾਲਿਓ। ਇਹ ਆ ਸਾਡੇ ਘਰ ਹੁੰਦੇ ਨੇ ਮਰਲਿਆਂ 'ਚ, 20 ਮਰਲਿਆਂ 'ਚ ਇੱਕ ਕਨਾਲ ਬਣਦੀ ਤੇ 8 ਕਨਾਲਾਂ ਦਾ ਇੱਕ ਕਿੱਲਾ ਬਣਦਾ ਹੈ ਤੇ ਵਿਗਾ ਕਿੱਲੇ ਦਾ ਅੱਧਾ ਹੁੰਦਾ ਹੈ, ਠੀਕ ਹੈ ਨਾ ਜੀ ਸੋਹਣੇ ਮੋਤੀਆਂ ਵਾਲਿਓ। ਆ ਵੇਖੋ ਇਹ ਜਿਹੜਾ ਹੈ ਨਾ ਇਹ ਕਿੱਲਾ, ਸੌਰੀ ਇਹ ਹੋ ਗਿਆ ਆਪਣਾ ਕਿੱਲਾ। ਤੁਹਾਨੂੰ ਇਹ ਵੀ ਘੱਟੋ ਘੱਟ ਚ ਪਤਾ ਚੱਲ ਜਾਊਗਾ ਨਾ। ਇਹਨਾਂ 'ਚ 20 ਮਰਲੇ ਹੋਣ ਤੇ ਇੱਕ ਕਨਾਲ ਬਣਦੀ, ਠੀਕ ਹੈ। ਇਸ ਤਰ੍ਹਾਂ ਨਿੱਕੇ ਨਿੱਕੇ 20 ਮਰਲੇ ਕਰਕੇ ਇੱਕ ਕਨਾਲ, ਫਿਰ ਇੱਕ ਕਨਾਲ, 2 ਕਨਾਲਾਂ, 3 ਕਨਾਲਾਂ, 4 ਕਨਾਲਾਂ, 5 ਕਨਾਲਾਂ, 6 ਕਨਾਲਾਂ, 7 ਕਨਾਲਾਂ, 8 ਕਨਾਲਾਂ। 8 ਕਨਾਲਾਂ ਹੋਣਗੀਆਂ ਤੇ ਇੱਕ ਕਿੱਲਾ ਬਣੇਗਾ। ਉਹ ਕਨਾਲ ਇੰਝ ਦੀ ਵੀ ਹੋ ਸਕਦੀ, ਇੰਝ ਦੀ ਵੀ ਹੋ ਸਕਦੀ, ਡੱਬੇ ਦੇ ਵਾਕੂ ਵੀ ਹੋ ਸਕਦੀ, ਇੰਝ ਡੱਬਾ ਵੀ ਬਣ ਸਕਦਾ ਉਹ, ਠੀਕ ਹੈ। 8 ਕਨਾਲਾਂ ਤੇ ਇੱਕ ਕਿੱਲਾ ਤੇ ਵਿਗੇ 50 ਵਿਗੇ ਆਪ ਨੂੰ ਮਿਲੇ ਸਨ, ਜਿਹੜਾ ਨਾ ਆਪਦੇ ਜੋ ਵਾਲਦ ਸਾਹਿਬ ਸਨ। ਸਹੀ ਹੈ, ਤੁਹਾਡਾ ਦੋ ਕਨਸੈਪਟ ਕਲੀਅਰ ਮੈਂ ਲੱਗਿਆ ਤੋਂ ਕਰਦੇ ਹਾਂ। ਆਪ ਦੀ ਜ਼ਿੰਦਗੀ ਵਾਲਦ ਦੇ ਫੌਤ ਹੋਣ ਤੋਂ ਬਾਅਦ ਆਪ ਦੀ ਜਿਹੜੀ ਵਾਲਦਾ ਮੋਹਤਰਮਾ ਸਨ ਉਹਨਾਂ ਤੋਂ ਬਹੁਤ ਜ਼ਿਆਦਾ ਮੁਤਾਸਰ ਸੀ, ਠੀਕ ਹੈ। ਉਹਨਾਂ ਤੋਂ ਬਹੁਤ ਜ਼ਿਆਦਾ ਓਰੀਐਂਟਡ ਸੀ ਆਪ ਦੀ ਜ਼ਿੰਦਗੀ ਤੇ ਆਪ ਨੇ ਮੋਢੀ ਤਲੀਮ ਤੋਂ ਇਲਾਵਾ ਰੂਹਾਨੀ ਮਾਮਲਾ ਦੇ ਵਿੱਚ ਵੀ ਆਪਦੀ ਤਲੀਮ, ਕਿਉਂਕਿ ਆਪਦੀ ਵਾਲਦਾ ਜੇ ਮੁੱਤਕੀ ਪਰਹੇਜ਼ਗਾਰ ਖਾਤੂਨ ਸਨ, ਇਸ ਲਈ ਵਾਵਾ ਢੇਰ ਸਾਰਾ ਆਪਦੀ ਵਾਲਦਾ ਦਾ ਜਿਹੜਾ ਸੀ ਨਾ ਇੰਪ੍ਰੈਸ਼ਨ ਆਪ ਦੇ ਕਿਰਦਾਰ ਦੇ ਵਿੱਚ ਤੇ ਆਪਦੇ ਲਿਖਤਾਂ ਦੇ ਵਿੱਚ ਪਾਇਆ ਗਿਆ ਹੈ, ਠੀਕ ਹੈ ਜੀ। ਮੁੱਢੀ ਤਲੀਮ ਵਾਲਦਾ ਤੋਂ ਲਈ ਤੇ ਜ਼ਾਹਰੀ ਤਲੀਮ ਲਈ ਆਪਦੇ ਜੋ ਵੀ ਜਿੱਥੋਂ ਵੀ ਬਾਹਰ ਸਕੂਲਾਂ ਸਕਾਲਾਂ ਚ ਜਿਹੜੇ ਉਦੋਂ ਪ੍ਰਾਈਵੇਟ ਸਰਕਾਰੀ ਸਕੂਲ ਹੁੰਦੇ ਹੈ ਉੱਥੇ। ਫਿਰ ਆਪ ਨਾ ਹਜ਼ਰਤ ਹਬੀਬੁੱਲਾ ਕਾਦਰੀ ਦੇ ਜਾ ਕੇ ਉੱਥੇ ਬੈਤ ਹੋ ਗਏ। ਮਾਂ ਨੂੰ ਕਿਹਾ ਵੀ ਮਾਂ ਰਾਣੀ ਮੈਂ ਤੇਰੀ ਬੈਤ ਹੋਣਾ। ਮਾਂ ਨੇ ਆਖਿਆ ਨਹੀਂ ਪੁੱਤਰਾ, ਤੂੰ ਕਿਸੇ ਮੁਰਸ਼ਿਦ ਨੂੰ, ਬੰਦੇ ਨੂੰ ਮੁਰਸ਼ਿਦ ਪੜ। ਪਹਿਲੋਂ ਆਪਣੇ ਮਾਂ ਨੂੰ ਗੁਜ਼ਾਰਿਸ਼ ਕੀਤੀ ਬੇਬੇ ਮੈਂ ਤੇਰੀ ਬੈਤ ਹੋਣਾ। ਉਹਨਾਂ ਮਾਂ ਰਾਣੀ ਕਿਹਾ ਕਿ ਨਹੀਂ ਬਈ ਤੂੰ ਕੋਈ ਮੁਰਸ਼ਿਦ ਲੱਭ, ਕਿਉਂਕਿ ਉਹ ਮਾਂ ਵੇਖੋ ਨਾ, ਜਿਹੜਾ ਬੰਦਾ ਆਪਣੇ ਆਪ ਨੂੰ ਵੱਡਾ ਕਹਿੰਦਾ ਨਾ, ਮੈਂ ਅਕਸਰ ਕਹਿੰਦਾ ਹਾਂ ਹਮੇਸ਼ਾ ਉਹ ਛੋਟਾ ਹੁੰਦਾ, ਤੇ ਜਿਹੜਾ ਬੰਦਾ ਆਪਣੇ ਆਪ ਨੂੰ ਛੋਟਾ ਕਹਿੰਦਾ ਦਰਅਸਲ ਉਹੀ ਵੱਡਾ ਹੁੰਦਾ, ਠੀਕ ਹੈ। ਮਾਂ ਨੂੰ ਕਿਹਾ ਬੇਬੇ ਮੈਂ ਤੇਰੀ ਬੈਤ ਹੋਣਾ, ਮੈਨੂੰ ਤੇਥੋਂ ਚੰਗਾ ਹੋਰ ਲੱਗਦਾ ਕੋਈ ਨਹੀਂ। ਤੇ ਮਾਂ ਨੇ ਕਿਹਾ ਨਹੀਂ ਮੇਰਾ ਪੁੱਤ ਤੂੰ ਹਾਂ ਕੋਈ ਮੁਰਸ਼ਿਦ ਲੱਭ। ਫਿਰ ਹਜ਼ਰਤ ਹਬੀਬੁੱਲਾ ਕਾਦਰੀ ਸਾਹਿਬ ਰਹਿਮਤੁल्लाह अलैह ਦੇ ਆਪ ਜਿਹੜੇ ਨੇ ਉਹ ਬੈਤ ਹੋ ਗਏ, ਠੀਕ ਹੈ ਜੀ। ਕੁਝ ਹਕਾਇਤਾਂ ਦੇ ਮੁਤਾਬਕ हजरत शेख अब्दुल कादरी
ਦੇ ਹੱਥ ਵੀ ਬੈਤ ਹੋਏ रूहानी तौर ਤੇ, मतलब उन्होंने कोल जाके बैत नहीं होए। उन जी कुछ हकायत कहनिया ने कि आपने कुछ लिखिया भी इस बारे है सी कि जोड़ा एक मिनट दे विच मैं पीर कोल पहुंच गया ते कुछ हकायतों के मुताबिक, लेकिन तुसी ए प्लीज नहीं लिखना, ठीक है। मैं अगे भी दसिया सी, डोंट बी सुपरस्टिशियस इन योर एग्जामिनेशन, यू आर सिटिंग in Pakistan's superior examination, so never ever write down anything like that, like this, ठीक है। ਉਹਦੇ ਚ ਸੁਪਰਸਟੀਸ਼ੀਅਸ ਨਹੀਂ बनना कभी भी। एग्जामिनर बेशक वो कट्टर सुन्नी भी होगा, कट्टर कुछ भी होगा, वो नाराज होएगा, तो सुपरस्टिशियस होना, यू आर नॉट सपोज टू बी सुपरस्टिशियस, यू आर गोइंग टू रिप्रेजेंट योर कंट्री, सो यू नीड टू बी रैशनल, यू नीड टू बी प्रैक्टिकल। सही है, चलो अगे बढ़ रहे हैं। आप फारसी दे भी बहुत 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 डाढ़े चंगे लिखारी सन, ठीक है जी। अच्छा, इत्थे एक लफ्ज है सी हरफी, इनू जरा वजाहत कर लीए। सी हरफी, सी तो मुराद है 3 हरफी, ठीक है। हुण 30 हरफ किहड़े ने? अलफ बा ता सा जीम हा खा। जे असीं इनू पंजाबी च लैवांगे फिर असीं अलफ बे पे ते ठे, तो जिहड़ा है ना अरबी दे जिहड़े हरूफे तहजी ने वो हैगे ने अलिफ बा ता सा अली बा ता सा जीम है, ਇਹ ਜਿਹੜੇ 30 ਲਫ਼ਜ਼ ਬਣਦੇ ਨੇ, ਇਹਨਾਂ ਚੋਂ ਪੰਜਾਬੀ ਦੇ ਨਹੀਂ ਅਰਬੀ ਦੇ 30, ਕਿਉਂਕਿ ਫਾਰਸੀ ਦੇ ਵੀ ਬਹੁਤ ਵੱਡੇ ਮਾਨੂ ਸਨ, ਇਸ ਲਈ ਇਹਨਾਂ ਚ ਜਿਹੜੇ 30 ਲਫ਼ਜ਼ ਇਹ ਜਿਹੜੇ ਨਾ ਇਹ 30 ਲਫ਼ਜ਼ ਬਣਦੇ ਨੇ, ਠੀਕ ਹੈ। ਤੇ ਸੀ ਤੋਂ ਮੁਰਾਦ ਹਰਫੀ, ਠੀਕ ਹੈ। ਸੀ ਹਰਫੀ 30 ਜਿਹੜੇ ਇਹ ਲਫ਼ਜ਼ ਨੇ ਨਾ, ਇਹਨਾਂ ਤੋਂ ਆਪਨੇ ਸ਼ਾਇਰੀ ਲਿਖੀ, ਵੇਖੋ ਅਲਫ ਅੱਲਾ ਬੇ ਬਿਸमिल्ला, मतलब ਇਹ ਸਾਰੇ ਲਫ਼ਜ਼ਾਂ ਤੋਂ ਇੱਕ ਇੱਕ ਆਪਣੇ ਸ਼ੇਰ ਜਾਂ ਇੱਕ ਤੋਂ ਵੱਧ ਸ਼ੇਰ ਲਿਖੇ। ਸੋ ਇਸ ਲਈ ਆਪ ਨੂੰ ਸੀ ਹਰਫੀ ਦਾ ਮੋਢੀ ਸ਼ਾਇਰ, ਪਹਿਲਾ ਸ਼ਾਇਰ ਮੰਨਿਆ ਜਾਂਦਾ ਹੈ। ਬਿਲਕੁਲ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਬਾਬੇ ਫਰੀਦ ਨੂੰ ਸ਼ਲੋਕ ਦਾ ਪਹਿਲਾ ਸ਼ਾਇਰ ਮੰਨਿਆ ਜਾਂਦਾ ਹੈ, ਬਾਬੇ ਸ਼ਾਹ ਹੁਸੈਨ ਸਾਹਿਬ ਸਰਕਾਰ ਰਹਿਮਤੁल्लाह ਅਲੈਹ ਨੂੰ ਕਾਫੀਆਂ ਦਾ ਪਹਿਲਾ ਸ਼ਾਇਰ ਮੰਨਿਆ ਜਾਂਦਾ। ਇਹਨਾਂ ਨੂੰ ਸੀ ਹਰਫੀ ਦਾ ਮੋਢੀ ਤੇ ਪਹਿਲਾ ਸ਼ਾਇਰ ਮੰਨਿਆ ਜਾਂਦਾ। ਹੋਪਫੁਲੀ ਤੁਹਾਡਾ ਸੀ ਹਰਫੀ ਵਾਲਾ ਕਨਸੈਪਟ ਕਲੀਅਰ ਹੋ ਗਿਆ। ਚਲੋ ਜੀ ਅੱਗੇ ਵਧੀਏ। ਆਪ ਨੇ किताबां भी लिखिया बहुत सारिया, क्योंकि माशाल्लाह वड्डे घर तो हैं, तो लिखन पढ़न का भी काम करते रहे। मजालिस नबी आपकी किताब है, हुज्जतुल इसरार, इसरार कादरी, तौफीक हिदायत, गंजे इसरार, अक्ल बेदार, कुर्बे दीदार, रिसाला रूही, सॉरी, ठीक है। तो इस तो अड भी आपने वावा सारिया किताबां लिखिया। इन्हां च जिहड़ी तुहानूं याद रहे वो याद रख के घट्टो घट्ट 2-3 किताबां लिख देना जो तुहानूं पेपर लिखण बैठो। इन्हां दे सवाल वैसे इन्हां पंजां चों किसी ना एक दोवां ते लाजमी आंदा है। सो ਤੁਹਾਡੀ ਮਿਹਰਬਾਨੀ जरा इन्हां दे नोट नाल जरूर बना लेना। चलो जी, ਅਸੀਂ ਹੁਣ ਹਮੇਸ਼ਾ ਜਦੋਂ ਵੀ ਕਿਸੇ ਵੀ ਸ਼ਾਇਰ ਨੂੰ ਲਖਾਰੀ ਨੂੰ ਪੜ੍ਹੀਦਾ ਹੈ ਨਾ, ਤੇ ਉਹਨੂੰ ਸਮਝਣ ਲਈ ਨਾ ਉਹਦੇ ਹਾਲਾਤ ਜ਼ਰੂਰ ਪੜ੍ਹੀਦੇ ਨੇ, ਤਾਂ ਕਿ ਤੁਹਾਨੂੰ ਸਮਝ ਆਵੇ ਕਿ ਤੁਸੀਂ ਕੀ ਗੱਲ ਨੂੰ ਸ਼ੋਅ ਕਰ ਰਹੇ ਹੋ, ਠੀਕ ਹੈ ਮੋਤੀਆਂ ਵਾਲਿਓ। ਅੱਛਾ, ਅਸੀਂ ਹੁਣ ਗੱਲ ਕਰਨੇ ਆ ਮੁਗਲਿਆ। ਜਦੋਂ ਉਹ ਇੱਥੇ ਸਨ ਨਾ 1600 ਸੁਲਤਾਨ 1628 ਤੋਂ ਲੈ ਕੇ 98 ਤੱਕ ਸੀ ਆਪ, ਤੇ ਜਦੋਂ ਆਪ ਸਨ ਨਾ ਉਹ ਹੁਣ ਕਿਹੜਾ ਦੌਰ ਹੈ ਇਹ ਮੈਂ ਤੁਹਾਨੂੰ ਜਰਾ ਦੱਸ ਦਿਆਂ। 1600 ਦੇ ਵਿੱਚ ਕੀ ਇੱਕ ਬਹੁਤ ਅਹਿਮ ਇਵੈਂਟ ਹੋਇਆ ਸੀ, ਇਸ ਤੁਸੀਂ ਪੜ੍ਹਿਆ ਇੰਟਰਨੈਸ਼ਨਲ ਅਫੇਅਰ ਵੀ ਤੇ ਪਾਕਿਸਤਾਨ ਅਫੇਅਰ ਵੀ। 1600 ਦੇ ਵਿੱਚ ਈਸਟ ਇੰਡੀਆ ਕੰਪਨੀ ਆਈ ਸੀ ਇੱਥੇ, ਠੀਕ ਹੈ। ਉਸ ਤੋਂ ਪਹਿਲੋਂ ਇਹ ਸਭ ਤੋਂ ਪਹਿਲਾਂ ਅਪਰੂਵਲ ਜਿਹੜਾ ਨਾ ਉਹ 1600 ਦੇ ਵਿੱਚ ਉਹਨਾਂ ਨੂੰ ਮਿਲ ਗਿਆ ਸੀ ਇੱਥੇ ਤਜਾਰਤ ਕਰਨ ਦਾ। ਸੋ 1600 ਚ ਉਹਨਾਂ ਨੇ ਇੱਥੇ ਫੁੱਟਹੋਲਡ ਜਮਾਣੇ ਸ਼ੁਰੂ ਕਰਤੇ ਸੀ, ਤੇ ਫਿਰ ਇਹ ਗੱਲ ਹੁੰਦੀ 1628 ਚ ਆਪ ਜੰਮੇ ਹਨ। 1650 ਦੇ ਲਾਗੇ ਉਹਨਾਂ ਨੇ ਇੱਥੇ ਕਬਜ਼ੇ ਕਰਨੇ ਸ਼ੁਰੂ ਕਰਤੇ ਹਨ। ਸੋ ਆ ਜਿਹੜਾ ਹੈ ਨਾ ਆ ਜਿਹੜੀਆਂ ਬਗਾਵਤਾਂ ਤੇ ਆ ਜਿਹੜੀਆਂ ਲੈਗ ਪੁਲਿੰਗ ਤੁਹਾਨੂੰ ਇੱਥੇ ਨਜ਼ਰ ਆਏਗੀ, ਕਿਉਂਕਿ ਗੋਰਾ ਨਾ ਕਦੀ ਵੀ ਡਾਇਰੈਕਟ ਪਹਿਲੋਂ ਵਾਰ ਨਹੀਂ ਲੜਦਾ, ਉਹ ਪਹਿਲੋਂ ਦਿਮਾਗ ਦੀ ਇਨਫੋਰਮੇਸ਼ਨ ਵਾਰ ਲੜਦਾ ਜੋ ਅੱਜ ਕੱਲ ਕਰ ਰਹੇ, ਠੀਕ ਹੈ। ਉਹਨਾਂ ਕੀ ਕੀਤਾ ਮੁਗਲਿਆ ਦੌਰ ਦੇ ਵਿੱਚ ਉਸ ਟਾਈਮ ਇਹ ਉਹ ਦੌਰ ਸੀ 1601 ਚ ਅਕਬਰ ਜਾ ਚੁੱਕਿਆ ਸੀ। ਹੁਣ ਉਸ ਤੋਂ ਬਾਅਦ ਦੇ ਜਿਹੜੇ ਆਏ ਸੀ ਨਾ ਵੱਡੇ ਬਾਦਸ਼ਾਹ ਸਾਡੇ ਹਨ, ਸ਼ਾਹਜਹਾਨ ਤੋਂ ਉੱਪਰ ਨੀਚੇ ਜਿਹੜੇ ਹਨ, ਉਹਨਾਂ 'ਚ ਫੱਡੇ ਪੈਣੇ ਸ਼ੁਰੂ ਹੋ ਗਏ। ਮੁਗਲਿਆ ਦੌਰ ਦੇ ਵਿੱਚ ਨਾ ਅਹਿਮਦਨਗਰ, ਬਲਤਿਸਤਾਨ ਤੇ ਕੰਧਾਰ ਦੇ ਮੁਸਲਮਾਨ ਜਿਹੜੇ ਨਾ ਉਹ ਆਪਸ 'ਚ ਕਾਫਰਾਂ ਦੇ ਨਾਲ ਲੜਦੇ ਪਏ ਸਨ। ਅਹਿਮਦਨਗਰ, ਬਲਤਿਸਤਾਨ ਤੇ ਕੰਧਾਰ ਦੇ ਵਿੱਚ ਨਾ ਮੁਸਲਮਾਨ ਕਾਫਰਾਂ ਨਾਲ ਲੜਦੇ ਹਨ। ਇਹ ਇੱਕ ਛੋਟੀ ਜੀ ਗੱਲ ਸੀ, ਕਿਉਂਕਿ ਦੁਸ਼ਮਣ ਨਾਲ ਬੰਦਾ ਲੜ ਸਕਦਾ ਹੈ, ਦੁਸ਼ਮਣ ਨੂੰ ਬੰਦਾ ਹਾਰੇ ਜਿੱਤੇ ਉਹਦੇ ਤੋਂ ਦਰਦ ਹੁੰਦਾ, ਦੁੱਖ ਨਹੀਂ ਹੁੰਦਾ, ਠੀਕ ਹੈ। ਲੇਕਿਨ ਇਸ ਤੋਂ ਵੱਡੀ ਗੱਲ ਇਹ ਸੀ ਕਿ ਦੂਜੇ ਪਾਸੇ ਮੁਗਲ ਸ਼ਹਿਜ਼ਾਦੇ ਸ਼ਾਹ ਜਿਹੜੇ ਨਾ ਸ਼ਾਹਜਹਾਨ ਤੋਂ ਬਾਅਦ ਜਿਹੜੇ ਉਹ ਆਪਸ ਲੜ ਰਹੇ ਸਨ, ਦਾਰਾ ਸ਼ਿਕੂ, ਸ਼ੁਜਾ, ਔਰੰਗਜ਼ੇਬ ਤੇ ਮੁਰਾਦ ਜਿਹੜੇ ਸਨ ਉਹ ਤਖਤ ਵਾਸਤੇ ਆਪਸ ਲੜਦੇ ਸਨ। ਇਹ ਜ਼ਿਆਦਾ ਪੇਨਫੁਲ ਮਸਲਾ ਸੀ, ਠੀਕ ਹੈ ਜੀ। ਤੇ ਇੱਕ ਦੂਜੇ ਦੇ ਲਹੂ ਦੇ ਪਿਆਸੇ ਹੋਏ ਪਏ ਸਨ, ਇਸ ਲਈ ਇੱਕ ਦੂਜੇ ਨੂੰ ਵੱਢ ਕੱਟ ਮਾਰ ਵੀ ਰਹੇ ਸਨ। ਅਜਮੇਰ ਦੀ ਲੜਾਈ ਵਿੱਚ ਦਾਰਾ ਸ਼ਿਕੂ ਨੂੰ ਸ਼ਿਕਸਤ ਹੋ ਗਈ ਤੇ ਉਹ ਨੱਸ ਕੇ ਸਿੰਧ ਚਲਾ ਗਿਆ, ਪਰ ਉਹਨੂੰ ਗ੍ਰਿਫਤਾਰ ਕਰਕੇ ਅਗਲਿਆਂ ਨੇ ਦਿੱਲੀ ਵਾਪਸ ਮੰਗਾਇਆ, ਉੱਥੇ ਨਹੀਂ ਮਾਰਿਆ,
ਇੱਥੇ ਲਿਆ ਕੇ ਮਾਰਿਆ ਤੇ ਉਹਨੂੰ ਮਾਰ ਦਿੱਤਾ, ਉਹਨੂੰ ਜ਼ਹਿਰ ਦੇ ਦਿੱਤਾ ਗਿਆ। ਫਿਰ ਸ਼ੁਜਾ ਨੂੰ ਉਹਦੇ ਵੀਰ, ਉਹਦੇ ਸੱਕੇ ਭਰਾ ਔਰੰਗਜ਼ੇਬ ਨੇ ਕਤਲ ਕਰ ਦਿੱਤਾ। ਠੀਕ ਹੈ, ਤੇ ਇਹ ਉਹੀ ਔਰੰਗਜ਼ੇਬ ਸੀ ਜਿਨੇ ਹਿੰਦੁਸਤਾਨ ਦੀ ਹਕੂਮਤ ਦਾ ਜਿਹੜਾ ਵਾਲੀ ਸੀ, ਹਿੰਦੁਸਤਾਨ ਦੀ ਬਾਦਸ਼ਾਹ ਦਾ ਵਾਲੀ ਸੀ ਸ਼ਾਹਜਹਾਨ, ਉਹਨੂੰ ਜਿਹੜਾ ਹੈ ਨਾ ਉਹ ਆਪਣੇ ਵਾਲਦ ਨੂੰ ਜਿਹੜਾ ਹੈ ਨਾ ਉਹ ਕੈਦ ਕਰ ਲਿਆ ਤੇ ਉਸੇ ਕੈਦ, ਨਜ਼ਰਬੰਦੀ ਤੇ ਕੈਦ ਦੇ ਵਿੱਚ ਹੀ ਫੌਤ ਹੋ ਗਿਆ। ਸੋ ਕਿੰਗ ਬਣ ਗਿਆ। ਇੱਥੇ ਆਪਣਿਆਂ ਦੀਆਂ ਲੜਾਈਆਂ ਸ਼ੁਰੂ ਹੋ ਗਈਆਂ ਸੀ, ਇਸੇ ਲਈ ਸੁਲਤਾਨ ਬਾਹੂ ਨੇ ਸਭ ਕੁਝ ਵਿਟਨੈਸ ਕੀਤਾ। ਸੋ ਉਹਨਾਂ ਦੇ ਦਿਲ ਦੇ ਵਿੱਚੋਂ ਆਪਣਿਆਂ ਦੀ ਮੁਹੱਬਤ ਨਿਕਲ ਗਈ, ਉਹਨਾਂ ਦੇ ਦਿਲ ਦੇ ਵਿੱਚੋਂ ਆਪਣੇ ਦੀ ਮੁਹੱਬਤ ਮਰਾਦ ਹੈ। ਸ਼ਾਦੀ ਤਾਂ ਆਪਣੇ ਕੀਤੀ ਸੀ, ਬਹੁਤ ਅੱਛੀ ਫੈਮਿਲੀ ਲਾਈਫ ਵੀ ਲੰਘਾਈ ਸੀ ਆਪਣੇ, ਲੇਕਿਨ ਦੁਨੀਆਦਾਰਾ ਆਪ ਦੇ ਦਿਲ ਚੋਂ ਨਿਕਲ ਗਿਆ। ਸੋ ਆਪ ਤਸੱਵੁਫ ਵਾਲੇ ਮੂਵ ਹੋ ਗਏ। ਠੀਕ ਹੈ, ਚੰਗੇ ਘਰ ਦੇ ਹਨ, 50,000 ਵੀਗਾ ਆਪਦੇ ਕੋਲ ਸੀ, ਦਾ ਮਤਲਬ ਹੈ ਉਹ ਵੱਡੇ ਘਰ ਦੇ ਹਨ। ਚਲੋ ਜੀ, ਹੁਣ ਗੱਲ ਕਰ ਲਈਏ ਉਹਨਾਂ ਦੀ ਸ਼ਾਇਰੀ ਦੇ ਵਿੱਚ ਇਹ ਇੱਥੇ ਕਿਵੇਂ ਚਮਕ ਜਾਏ। ਉਹ ਇੱਥੇ ਇਸ ਬਾਰੇ ਗੱਲ ਕਰਦੇ ਨੇ, ਅੱਧੀ ਲਾਹਨਤ ਦੁਨੀਆ ਤਾਈਂ। ਉਹ ਕਹਿੰਦੇ ਨੇ ਕਿ ਅੱਧੀ ਲਾਹਨਤ ਦੁਨੀਆ ਤਾਈਂ, ਹਾਫ ਫਿਟੇ ਮੂੰਹ ਟੂ ਦ ਵਰਲਡ। ਠੀਕ ਹੈ, ਤੇ ਸਾਰੀ ਦੁਨੀਆਦਾਰਾਂ ਹੋ ਐਂਡ ਫੁੱਲ ਫਿਟੇ ਮੂੰਹ ਟੂ ਦ ਪੀਪਲ who live for the world, who praise the world। ठीक है, अद्धी लानत दुनिया दाई, सारी दुनियादारा हो। अद्धी लानत ਉਹ ਦੁਨੀਆ ਨੂੰ ਤੇ ਪੂਰੀ ਉਹ ਜਿਹੜੇ ਲੋਕ ਦੁਨੀਆ ਦੀ ਮੁਹੱਬਤ ਦਿਲ ਚ ਰੱਖਦੇ ਉਹਨਾਂ ਨੂੰ। ਜਿਨ੍ਹਾਂ ਰਾਹ ਸਾਹਿਬ ਦੀ ਖਰਚ ਨਾ ਕੀਤੀ, ਲੈਨ ਗਜ਼ਬ ਦੀਆਂ ਮਾਰਾਂ ਹੋ। ਉਹ ਕਹਿੰਦੇ ਨੇ ਕਿ ਜ਼ਿੰਦਗੀ ਜਿਨ੍ਹਾਂ ਨੇ ਰਾਹ ਸਾਹਿਬ ਦੇ ਰਾਹ ਦੇ ਵਿੱਚ ਨਾ ਖਰਚ ਨਹੀਂ ਨਾ ਕੀਤੀ, ਜਿਨ੍ਹਾਂ ਨੇ ਆਪਣਾ ਆਪ ਤਨ ਮਨ ਧਨ ਸੋਹਣੇ ਸਾਹਿਬ ਜਿਹੜਾ ਮਾਲਕ ਹੈ, ਜਿਹੜਾ ਸਾਹਿਬ ਹੈ, ਜਿਹੜਾ ਸਹੀ ਸਾਹਿਬ ਹੈ, ਉਹ ਪਾਕ ਪਰਵਰਦੀਗਾਰ ਜਿਹਨੇ ਪੂਰੀ ਦੁਨੀਆ ਨਿਜ਼ਾਮ ਚਲਾਣ ਲਿਆ, ਉਹਦੇ ਰਾਹ ਦੇ ਵਿੱਚ ਖਰਚ ਨਹੀਂ ਨਾ ਕੀਤੀ, ਉਹ ਗਜ਼ਬ ਗੁੱਸੇ ਦੀਆਂ ਮਾਰਾਂ ਪੈਣਗੀਆਂ ਉਹਨਾਂ ਦੇ ਉੱਤੇ। ਇਹੀ ਹਾਲ ਹੋਵੇਗਾ, ਉਹਨਾਂ ਨੂੰ ਕੋਈ ਨਹੀਂ ਮਾਰੇਗਾ, ਉਹ ਆਪਣੀ ਮੌਤ ਆਪ ਮਰ ਜਾਣਗੇ। ਜੇ ਆਪਣੀ ਮੌਤ ਆਪ ਨਾ ਮਰਨਗੇ ਤੇ ਕਿਤੇ ਨਾ ਕਿਤੇ ਸੱਪ ਵੱਢ ਜਾਏਗਾ, ਕਿਤੇ ਕੋਈ ਪੋਲੋ ਖੇਡਦਾ ਮਰ ਜਾਏਗਾ, ਕਿਤੇ ਕੋਈ ਕਿਸੇ ਦੁਸ਼ਮਣ ਹੱਥੋਂ ਮਰ ਜਾਏਗਾ। ਜਿਹੜਾ ਉਹਨਾਂ ਦੇ ਰਾਹ ਦੇ ਵਿੱਚ ਖਰਚ ਨਹੀਂ ਨਾ ਕਰੇਗਾ, ਸੋਹਣੇ ਸਾਹਿਬ ਦੇ ਮਾਲਕ ਦੇ ਰਾਹ ਦੇ ਵਿੱਚ, ਉਹ ਇੰਜ ਹੀ ਉਹਨੂੰ ਗਜ਼ਬ ਦੀਆਂ ਗੁੱਸੇ ਨੂੰ ਕਹਿੰਦੇ ਨਾ, ਉਹਨੂੰ ਗਜ਼ਬ ਤੇ ਗੁੱਸੇ ਦੀਆਂ ਮਾਰਾਂ ਪੈਣਗੀਆਂ। ਫਿਰ ਕਹਿੰਦਾ ਬਾਬਾ ਜੀ ਕਹਿੰਦੇ ਨੇ ਕਿ ਪਿਓਾਂ ਕੋਲੋਂ ਪੁੱਤਰ ਕੋਹਿੰਦੇ ਮਤਲਬ ਕੋਏ ਜਾਣਾ ਮਤਲਬ ਛੁਰੀ ਫੇਰ ਦੇਣਾ। ਠੀਕ ਹੈ, ਪਿਓਾਂ ਕੋਲੋਂ ਪੁੱਤਰ ਕਹੀਂਦੇ, ਪੱਠ ਦੁਨੀਆ ਮੱਕਾਰਾਂ ਹੂੰ, ਫਿਟੇ ਮੂੰਹ ਪੱਠ ਦੁਨੀਆ ਮੱਕਾਰਾਂ ਹੂੰ। ਦੁਨੀਆ ਮੱਕਾਰ ਨੂੰ ਲੱਖਦੀ ਲਾਹਨਤ ਵੀ ਪਿਓਾਂ ਦੇ ਕੋਲੋਂ ਪੁੱਤਰ ਕਹੀਂਦੇ ਫਿਰਦੇ ਨੇ। ਐਡੇ ਤੁਸੀਂ ਦੁਨੀਆ ਦੇ ਪਿਓ ਐਡਾ ਹੀ ਜ਼ਾਲਮ ਹੋ ਗਿਆ, ਜਾਂ ਪੁੱਤਰ ਐਡਾ ਹੀ ਜ਼ਾਲਮ ਹੋ ਗਿਆ, ਦੁਨੀਆ ਵਾਸਤੇ ਪਿਓ ਨੂੰ ਖੋ ਦਿੰਦਾ, ਜਾਂ ਪਿਓ ਐਡਾ ਹੀ ਜ਼ਾਲਮ ਹੋ ਗਿਆ ਦੁਨੀਆ ਵਾਸਤੇ ਪੁੱਤਰ ਨੂੰ ਕਹਿੰਦੇ ਸੇ ਲਾਨਤ। ਜਿੰਨਾ ਤੁਰਕ ਦੁਨੀਆ ਥੀ ਕੀਤੀ, ਤੇ ਜਿੰਨਾ ਦੁਨੀਆ ਨੇ ਤਰਕ ਕਰ ਛੜੀ, ਜਿਨ੍ਹਾਂ ਨੇ ਦੁਨੀਆ ਨੂੰ ਖਤਮ ਕਰ ਛੜਿਆ, ਦਿਲ ਦੇ ਵਿੱਚੋਂ ਦੁਨੀਆ ਦੀ ਮੁਹੱਬਤ ਕਰ ਛੱਡੀ। ਬਾਹੂ ਲੈਸਣ ਬਾਗ ਬਹਾਰਾਂ ਹੋ, ਉਹ ਮੌਜਾਂ ਮਾਰਦੇ, ਉਹਨਾਂ ਨੂੰ ਚਿੰਤਾ ਹੀ ਕੋਈ ਨਹੀਂ, ਫਿਕਰ ਹੀ ਕੋਈ ਨਹੀਂ। ਸੋ here he is talking about the very scenario in which the kings are being killed by their sons, and the sons are being killed by their brothers are being killed by their brothers। so I hope ਕਿ ਤੁਹਾਨੂੰ ਸਮਝ ਆ ਗਈ। ਮੈਂ ਦੁਬਾਰਾ ਪੜ੍ਹ ਕੇ ਸੁਣਾ ਦਿਆਂ ਤਾਂ ਕਿ ਤੁਹਾਨੂੰ ਯਾਦ ਹੋ ਜਾਏ। ਅੱਧੀ ਲਾਨਤ ਦੁਨੀਆ ਤਾਂ ਹੀ ਸਾਰੀ ਦੁਨੀਆਦਾਰਾਂ ਹੋ, ਜਿਨ੍ਹਾਂ ਰਾਹ ਸਾਹਿਬ ਦੇ ਖਰਚ ਨਾ ਕੀਤੀ, ਲੈਣ ਗਜ਼ਬ ਦੀਆਂ ਮਾਰਾਂ ਹੋ। ਪਿਓਾਂ ਕੋਲੋਂ ਪੁੱਤਰ ਕਹੀਂਦੇ, ਪੱਠ ਦੁਨੀਆ ਮੱਕਾਰਾਂ ਹੋ। ਜਿਨ੍ਹਾਂ ਤਰਕ ਦੁਨੀਆ ਥੀ ਕੀਤੀ, ਬਾਹੂ ਲੈਸਣ ਬਾਗ ਬਹਾਰਾਂ ਹੋ। ਅੱਛਾ ਜੀ, ਹੁਣ ਅਸੀਂ ਅਗਲਾ ਸ਼ੇਰ ਇਹਨਾਂ ਦਾ ਵੇਖ ਲੈਂਦੇ ਹਾਂ। ਮੈਂ ਤੁਹਾਨੂੰ ਕਿਹਾ ਸੀ ਸੀ ਹਰਫੀ ਤੋਂ ਮੁਰਾਦ ਹੈ ਅਲਫ ਤੋਂ, ਬੇ ਤੋਂ, ਪੇ ਤੋਂ, ਇਸ ਤਰ੍ਹਾਂ ਕਰਕੇ ਵੇਖੋ, ਇੱਥੋਂ ਮੀਮ ਤੋਂ, ਸੀਨ ਤੋਂ, ਸਾਰੇ ਲਫ਼ਜ਼ਾਂ ਤੋਂ ਤੁਹਾਨੂੰ ਮੁਰਸ਼ਦ। ਠੀਕ ਹੈ, ਸਾਰੇ ਲਫ਼ਜ਼ਾਂ ਤੋਂ, ਪੇ ਤੋਂ। ਠੀਕ ਹੈ, ਇਹ ਨਹੀਂ ਇੱਥੋਂ ਸਟਾਰਟ ਨਹੀਂ ਹੁੰਦਾ, ਇਹ ਜਿਹੜਾ ਸ਼ੇਰ ਹੈ ਨਾ ਸਟਾਰਟ ਇੱਥੋਂ ਹੁੰਦਾ। ਅੱਛਾ ਖੈਰ, ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜਿਹੜਾ ਇਹਨਾਂ ਦੇ ਸ਼ੇਰ ਅਬਿਆਤ ਨੇ ਨਾ, ਅਬਿਆਤ ਚਾਰ ਅਬਿਆਤ ਐਸੀ ਕਿਸੇ ਕਹਿੰਦੇ ਨੇ ਕਿ ਜਿਹੜਾ ਚਾਰ ਜਿਹੜਾ ਨਾ ਉਹ ਚਾਰ ਲੈਣਾ ਤੋਂ ਹੋਵੇ, ਤੇ ਇਹਦੇ ਚ ਰਦੀਫ ਕਾਫੀਆ ਹੁੰਦਾ, ਉਹਨੂੰ ਅਬਿਆਤ ਕਹਿੰਦੇ ਨੇ। ਜਿਹੜੀ ਇਹਨਾਂ ਦੀ ਸ਼ਾਇਰੀ ਉਹ ਅਬਿਆਤ ਦੀ ਸੂਰਤ ਦੇ ਵਿੱਚ, ਮਤਲਬ ਇਹ ਚਾਰ ਸਤਰਾਂ ਤੁਹਾਨੂੰ ਪੜ੍ਹਨ ਨੂੰ ਮਿਲਣਗੀਆਂ, ਲੇਕਿਨ ਹਮ ਵਜ਼ਨ ਹਮ ਬਹਿਰ ਹੋਣਗੀਆਂ। ਲੇਕਿਨ ਤੁਸੀਂ ਤੁਹਾਨੂੰ ਚਾਰ ਲੋੜ ਕਰਨ ਦੀ, ਤੁਸੀਂ ਦੋ ਵੀ ਲਿਖ ਦਿਓਗੇ ਨਾ, ਜਿਵੇਂ ਮੈਂ ਚਾਰਾਂ ਦੇ ਵਿੱਚੋਂ ਕੱਢ ਕੇ ਦੋ ਲਿਖੀਆਂ ਜਿਹੜੀਆਂ ਸੌਖੀਆਂ ਸਨ, ਤੇ ਤੁਹਾਨੂੰ ਨੰਬਰ ਅੱਲਾ ਦੇ ਗੁਣ ਮਿਲਣਗੇ। ਲੇਕਿਨ ਤੁਸੀਂ ਘੱਟੋ ਘੱਟ ਬਹੁਤੇ ਸ਼ੇਅਰ ਕੋਡ ਕਰਨੇ ਨੇ ਤਾਂ ਕਿ ਤੁਹਾਨੂੰ ਚੌਖੇ ਨੰਬਰ ਮਿਲਣ ਜੀ। ਬਿਸਮਿਲ੍ਲਾ ਜੀ। ਅੱਛਾ, ਕੋਈ ਗੱਲ ਰਹਿ ਗਈ ਹੋਵੇ ਜਿਹੜੀ ਮੈਂ ਯਾਦ ਭੁੱਲ ਗਿਆ ਹਾਂ, ਵੈਸੇ ਮੈਂ ਮਤਾਲਾ ਵਾਵਾ ਕਰਕੇ ਨੂੰ ਲਿਖਿਆ, ਤੇ ਤੁਹਾਡੀ ਮਿਹਰਬਾਨੀ ਕਮੈਂਟ 'ਚ ਪੁੱਛ ਲੈਣਾ। ਕੋਈ ਵੀ ਗੱਲ ਤੁਹਾਡੇ ਜ਼ਿਹਨ 'ਚ ਨਾ ਆਉਂਦੀ ਹੋਵੇ ਕਮੈਂਟ 'ਚ ਪੁੱਛ ਲੈਣਾ।
ਲੋ ਜੀ ਮਾਦਰਾ ਜਾਣਾ ਸਾਡੀ ਬੱਤੀ ਚਲੀ ਗਈ ਤੇ ਮੈਂ ਕਿਹਾ ਚਲੋ ਜੀ ਹੁਣ ਲਾਈਟ ਤੇ ਇਹੀ ਇੰਜ ਕਰਕੇ ਆਪਾਂ ਗੁਜ਼ਾਰਾ ਕਰਨਾ ਹੈ ਜੀ। ਬਿਸਮਿਲ੍ਲਾ ਕਰਕੇ ਅਸੀਂ ਦੁਬਾਰਾ ਸ਼ੁਰੂ ਕਰ ਲੈਂਦੇ ਹਾਂ। ਹੁਣ ਬਾਹਰੋਂ ਆਵਾਜ਼ਾਂ ਵੀ ਬਹੁਤੀਆਂ ਸਾਰੀਆਂ ਆਉਣੀਆਂ, ਪਹਿਲੇ ਮੈਂ ਬੂਹਾ ਬੰਦ ਕੀਤਾ ਸੀ। ਚਲੋ ਬਿਸਮਿਲ੍ਲਾ ਜੀ। ਸ਼ੁਰੂਆਤ ਕਹਿੰਦੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸ਼ੇਰ ਹੈ। ਮੈਂ ਕਿਹਾ ਸੀ ਤੁਹਾਨੂੰ ਇਹਨੂੰ ਤੁਸੀਂ ਦੋ ਵੀ ਲੈਣਾ ਯਾਦ ਰੱਖ ਸਕਦੇ ਹੋ, ਚਾਰੇ ਵੀ ਯਾਦ ਰੱਖ ਸਕਦੇ ਹੋ। ਵਾਰ-ਵਾਰ ਸੁਣ ਲਓਗੇ ਤਾਂ ਤੁਹਾਨੂੰ ਯਾਦ ਹੋ ਜਾਏਗਾ ਜਰਾ, ਠੀਕ ਹੈ। ਇਸ ਲਈ ਮੈਂ ਐਂਡ ਤੋਂ ਪੜ੍ਹ ਲੈਣਾ ਤਾਂ ਕਿ ਤੁਹਾਨੂੰ ਤੁਸੀਂ ਦੁਬਾਰਾ ਤਰ੍ਹਾਂ ਰਿਵਾਈਜ਼ ਕਰ ਲਓਗੇ ਤੇ ਨਾਲੇ ਆਪਣੀ ਨੋਟਬੁੱਕ ਤੇ ਲਿਖ ਲਓਗੇ ਤੇ ਤੁਹਾਨੂੰ ਪੱਕਾ ਯਾਦ ਹੋ ਜਾਏਗਾ। ਬਿਸਮਿਲ੍ਲਾ ਜੀ। ਅਲਫ ਅੱਲਾ ਚੰਬੇ ਦੀ ਬੂਟੀ, ਅਲਫ ਅੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਵਿੱਚ ਲਾਈ ਹੋ। ਮੁਰਸ਼ਦ ਨੇ ਮੈਨੂੰ ਕਿਹਾ ਤੂੰ ਅੱਲਾ ਅੱਲਾ ਕਹਿਣਾ, ਠੀਕ ਹੈ। ਨਫੀ ਅਸਬਾਤ ਦਾ ਪਾਣੀ ਮਿਲਿਆ। ਨਫੀ ਕਹਿੰਦੇ ਨੇ ਇਨਕਾਰ ਕਰਨਾ, ਅਸਬਾਤ ਕਹਿੰਦੇ ਨੇ ਯੈਸ ਕਰਨਾ। ਦਾ ਪਾਣੀ ਮਿਲਿਆ, ਨਫੀ ਅਸਬਾਤ ਦਾ ਪਾਣੀ ਮਿਲਿਆ, ਹਰ ਤਰ੍ਹਾਂ ਦਾ ਪਾਣੀ ਮਿਲਿਆ, ਠੀਕ ਹੈ। ਜਮਾ ਦਾ ਵੀ, ਨਫੀ ਦਾ ਵੀ, ਮਸਬਤ ਦਾ ਵੀ ਪਾਣੀ ਮਿਲਿਆ। ਹਰ ਰਗੇ ਹਰ ਜਾਈ, ਹਰ ਰਗ ਦੇ ਵਿੱਚ, ਪਤਾ ਹੈ ਨਾ ਵੇਨਸ ਜਿਹੜੀਆਂ ਹੁੰਦੀਆਂ ਨੇ ਇਹਨੂੰ ਰਗ ਕਹਿੰਦੇ ਨੇ। ਹਰ ਜਾਈ ਜਾ ਕਹਿੰਦੇ ਨੇ ਹਰ ਜਗ੍ਹਾ ਤੇ। ਜਿਹੜਾ ਉਹ ਪਾਣੀ ਨਾ ਅਲਿਫ ਅੱਲਾ ਦੀ ਚੰਬੇ ਦੀ ਬੂਟੀ ਵਾਲਾ ਮੇਰੇ ਮੁਰਸ਼ਿਦ ਨੇ ਮੇਰੇ ਮਨ ਚ ਲਾ ਦਿੱਤਾ, ਉਹ ਦਿਲ ਦੇ ਵਿੱਚੋਂ ਦਿਲ ਦੇ ਵਿੱਚੋਂ ਖੂਨ ਟ੍ਰਾਂਸਫਰ ਹੋ ਕੇ ਹਰ ਜਗ੍ਹਾ ਦੇ ਉੱਤੇ ਖੂਨ ਟ੍ਰਾਂਸਫਰ ਹੋ ਕੇ ਅੱਗੋਂ ਮੇਰੀ ਹਰ ਰਗ ਦੇ ਵਿੱਚ, ਮਤਲਬ ਬਲੱਡ ਟ੍ਰਾਂਸਫਰ ਹੁੰਦਾ ਤਾਂ ਕੀ ਹੁੰਦਾ, ਪੂਰੇ ਜਿਸਮ 'ਚ ਸਰਕੂਲੇਟ ਕਰਦਾ। ਤੇ ਇਹੀ ਗੱਲ ਕਰ ਰਹੇ ਨੇ, ਸਾਇੰਸ ਦੀ ਗੱਲ ਕਰ ਰਹੇ ਨੇ, ਯਾਨੀ ਕਿ ਮਤਲਬ ਲੌਜੀਕਲ ਗੱਲ ਕਰ ਰਹੇ ਨੇ ਕਿ ਮੇਰੇ ਦਿਲ ਦੇ ਵਿੱਚ ਰੱਬ ਮੁਰਸ਼ਿਦ ਨੇ ਮੇਰੇ ਰੱਬ ਦੀ ਬੂਟੀ ਲਾਈ ਹੈ, ਉਹ ਹੁਣ ਅੱਗੋਂ ਮੇਰੀਆਂ ਰਗਾਂ 'ਚ ਟ੍ਰਾਂਸਫਰ ਹੋ ਰਹੀ, ਹਰ ਜਗ੍ਹਾ ਤੇ ਫੈਲ ਗਈ। ਉਹ ਅੰਦਰ ਬੂਟੀ ਮੁਸ਼ਕ ਮਚਾਇਆ। ਉਹ ਜਦੋਂ ਸਾਰੇ ਰਗਾਂ 'ਚ ਫੈਲ ਗਈ ਹੈ ਨਾ, ਉਹਨੇ ਫਿਰ ਅੰਦਰ ਮੁਸ਼ਕ ਮਚਾ ਛੜਿਆ, ਠੀਕ ਹੈ। ਯਾਨੀ ਕਿ ਮਸਤੀ ਦੀ ਤੇ ਕੈਫੀਅਤ ਉਹ ਹੋ ਗਈ ਹੈ ਕਿ ਬਈ ਮੈਂ ਮਦਹੋਸ਼ ਹੋ ਗਿਆ ਜਾਂ ਫੁੱਲਣ ਤੇ ਆਈ ਹੋ। ਮਤਲਬ ਇੰਨੀ ਜ਼ਿਆਦਾ ਉਹ ਕੈਫੀਅਤ ਹੋਈ ਹੈ ਮਸਤੀ ਦੀ ਤੇ ਉਹ ਮਦਹੋਸ਼ੀ ਦੀ ਕਿ ਮੇਰੀ ਜਾਨ ਪਾਟਣ ਤੇ ਆ ਗਈ, ਮੇਰੀ ਜਾਨ ਫੁੱਲਣ ਤੇ ਆ ਗਈ ਜਿਵੇਂ ਗੁਬਾਰਾ ਫੁੱਲਦਾ। ਜੀਵੇ ਮੁਰਸ਼ਦ ਕਾਮਲ ਬਾਹੂ, ਜਿਹੜਾ ਮੇਰਾ ਮੁਰਸ਼ਦ ਹੈ ਨਾ, ਰੱਬ ਉਹਨੂੰ ਲੰਮੀ ਜ਼ਿੰਦਗੀ ਦੇਵੇ। ਜਿਸ ਇਹ ਬੂਟੀ ਲਾਈ ਹੋ, ਜਿੰਨੇ ਆ ਬੂਟੀ ਲਾਈ ਹੈ ਨਾ, ਸੋਹਣਾ ਉਹਨੂੰ ਲੰਮੀ ਹਯਾਤੀ ਦੇਵੇ। ਉਹਨੇ ਮੈਨੂੰ ਮਸਰੂਰ ਕਰ ਛੜਿਆ, ਉਸ ਮੁਸ਼ਕ ਮਚਾ ਛੜਿਆ, ਮੈਨੂੰ ਮਸਤ ਕਰ ਛੜਿਆ, ਮਦਹੋਸ਼ ਕਰ ਛੜਿਆ। ਸੋ ਆਈ ਹੋਪ ਤੁਹਾਨੂੰ ਥੋੜੀ ਯਾਦ ਹੋ ਜਾਏਗੀ। ਅਲਿਫ ਅੱਲਾ ਚੰਬੇ ਦੀ ਬੂਟੀ ਮੁਰਸ਼ਿਦ ਮਨ ਵਿੱਚ ਲਾਈ ਹੋ, ਨਫੀ ਅਸਬਾਤ ਦਾ ਪਾਣੀ ਮਿਲਿਆ, ਹਰ ਰਗੇ ਹਰ ਜਾਈ ਹੋ, ਅੰਦਰ ਬੂਟੀ ਮੁਸ਼ਕ ਮਚਾਇਆ, ਜਾਂ ਫੁੱਲਣ ਤੇ ਆਈ ਹੋ, ਜਿਵੇਂ ਮੁਰਸ਼ਿਦ ਕਾਮਲ ਬਾਹੂ, ਜੇ ਇਹ ਬੂਟੀ ਲਾਈ ਹੋ। ਫਿਰ ਬੇ ਤੋਂ ਕਹਿੰਦੇ ਨੇ ਬੇ ਬਿਸਮਿल्ला ਇਸਮ ਅੱਲਾ ਦਾ। ਬਿਸਮਿल्ला ਤੋਂ ਆਗਾਜ਼ ਕਰਨੇ, ਅੱਲਾ ਦੇ ਨਾਂ ਤੋਂ ਆਗਾਜ਼ ਕਰਨੇ, ਇਸਮ ਅੱਲਾ ਦਾ। ਇਹ ਵੀ ਗਹਿਣਾ ਭਾਰਾ ਹੋ, ਵੀ ਆ ਜਿਹੜਾ ਭਾਰ ਹੈ ਨਾ ਅੱਲਾ ਦੇ ਇਸਮ ਵਾਲਾ, ਇਹ ਬਹੁਤ ਭਾਰਾ ਹੈ, ਠੀਕ ਹੈ। ਨਾਲ ਸ਼ਫਾਤ ਸਰਵਰ ਆਲਮ, ਰਸੂਲ ਸੱਲਮ ਦੀ ਸ਼ਫਾਤ ਦੇ ਨਾਲ ਛੁੱਟ ਸੀ ਆਲਮ ਸਾਰਾ ਹੋ। ਪੂਰਾ ਆਲਮ ਰੋਜ਼ੇ ਮਹਿਸ਼ਰ ਜਦੋਂ ਦੁਨੀਆ ਗੁਨਾਹਗਾਰ ਮੇਰੇ ਵਰਗੇ ਗੰਦੇ ਤੇ ਬਦਕਾਰ ਲੋਕ ਜਦੋਂ ਖੜੇ ਹੋਣਗੇ ਤੇ ਰਸੂਲ ਸੱਲਮ ਸ਼ਫਾਤ ਕਰ ਦੇਣਗੇ ਤੇ ਅੱਲਾ ਕਹੇਗਾ ਜਾ ਸੋਹਣਿਆ ਤੇਰੇ ਬਦਲੇ ਮੈਂ ਸਾਰੀ ਆਲਮ ਨੂੰ ਹੀ ਛੱਡ ਛੜਿਆ। ਇਹ ਉਹ ਗੱਲ ਕਰ ਰਹੇ ਨੇ ਸਰਕਾਰ। ਛੁੱਟ ਸੀ ਆਲਮ ਸਾਰਾ ਹੋ, ਹੱਦੋਂ ਬੇਹੱਦ ਦਰੂਦ ਨਬੀ ਤੋਂ, ਜਿੰਦਾ ਏਡ ਪਸਾਰਾ ਹੋ। ਉਸ ਨਬੀ ਤੇ ਬਹੁਤ ਜ਼ਿਆਦਾ ਦਰੂਦ ਕਿ ਜਿੰਦਾ ਐਡਾ ਸਾਰਾ ਖਲਾਰਾ ਪੈ ਗਿਆ। ਉਹ ਕਹਿੰਦਾ ਨਾ ਰੱਬ ਇੱਕ ਮਹਿਬੂਬ ਦੇ ਦਮ ਬਦਲੇ ਸਾਰੀ ਦੁਨੀਆ ਨੂੰ ਗਲ ਪਾ ਬੈਠਾ। ਐਸਾ ਯਾਰ ਦਾ ਦੇਸ਼ ਪਸੰਦ ਆਇਆ, ਆਪਣਾ ਘਰ ਵੀ ਇੱਥੇ ਬਣਾ ਬੈਠਾ। ਮਤਲਬ ਜਿਹੜੇ ਸੂਫੀ ਨੇ ਉਹ ਇਹ ਮੰਨਦੇ ਨੇ ਕਿ ਰਸੂਲ ਸੱਲਮ ਦੀ ਵਜ੍ਹਾ ਤੋਂ ਦੁਨੀਆ ਬਣੀ ਹੈ, ਅਸੀਂ ਵੀ ਇਹੀ ਮੰਨਦੇ ਹਾਂ, ਠੀਕ ਹੈ। ਤੋ ਉਹ ਕਹਿੰਦੇ ਨੇ ਕਿ ਹੱਦੋਂ ਬੇਹੱਦ ਦਰੂਦ ਨਬੀ ਤੋਂ, ਜਿੰਨਾ ਐਡ ਪਸਾਰਾ, ਜਿਹਦੀ ਵਜ੍ਹਾ ਤੋਂ ਇਹ ਸਾਰਾ ਖੇਡ ਦਾ ਐਡਾ ਵੱਡਾ ਜਿਹੜਾ ਪਸਾਰਾ ਪਿਆ, ਖੇਡ ਤਮਾਸ਼ਾ ਬਣਿਆ ਨਾ, ਉਸ ਨਬੀ ਤੇ ਬਹੁਤ ਦਰੂਦ ਕਿ ਭਾਈ ਐਡਾ ਕਿੰਨਾ ਕੁ ਪਿਆਰ ਸੀ ਸੋਹਣੇ ਨੂੰ ਉਸ ਨਬੀ ਦੇ ਨਾਲ ਕਿ ਐਡਾ ਵੱਡਾ ਖਲਾਰਾ ਖਿਲਾ ਛੜਿਆ। ਮੈਂ ਕੁਰਬਾਨ ਤਿਨਹਾਂ ਤੋਂ ਬਾਹੋ, ਜਿਨ੍ਹਾਂ ਮਿਲਿਆ ਨਬੀ ਪਿਆਰਾ ਹੋ। ਤੇ ਮੈਂ ਉਹਨਾਂ ਲੋਕਾਂ ਤੋਂ ਕੁਰਬਾਨ ਜਾਵਾਂ ਕਿ ਜਿਨ੍ਹਾਂ ਨੂੰ ਉਹ ਨਬੀ ਮਿਲ ਗਿਆ ਕਿ ਜਿਹਦੇ ਨਾਲ ਰੱਬ ਇੰਨਾ ਪਿਆਰ ਕਰਦਾ, ਠੀਕ ਹੈ। ਬੇ ਬਿਸਮਿल्ला ਇਸਮ ਇਲਾ ਦਾ, ਇਹ ਵੀ ਕਹਿਣਾ ਭਾਰਾ ਹੋ, ਨਾਲ ਸ਼ਫਾਤ ਸਰਵਰ ਆਲਮ, ਛੁੱਟਸੀ ਆਲਮ ਸਾਰਾ ਹੋ, ਹੱਦੋਂ ਬੇਹੱਦ ਦਰੂਦ ਨਬੀ ਤੇ, ਜਿੰਦਾ ਏਡ ਪਸਾਰਾ ਹੋ। ਮੈਂ ਕੁਰਬਾਨ ਤਿਨਹਾਂ ਤੋਂ ਬਾਹੂ, ਜਿਨ੍ਹਾਂ ਮਿਲਿਆ ਨਬੀ ਪਿਆਰਾ ਹੋ। ਅਗਲਾ ਜੀ ਉਹਨਾਂ ਦਾ ਜਰਾ ਇਹ ਵੇਖੋ, ਜਰਾ ਉਹਨਾਂ ਦਾ ਸ਼ੇਰ ਵੇਖੋ। ਸੀਨੇ ਵਿੱਚ ਮੁਕਾਮ ਹੈ ਕਿੰਦਾ, ਸਾਨੂੰ ਮੁਰਸ਼ਦ ਗੱਲ ਸਮਝਾਈ ਹੋ। ਉਹ ਕਹਿੰਦੇ ਨੇ ਕਿ ਸੀਨੇ ਦੇ ਵਿੱਚ ਕਿਸੇ ਗੈਰੁੱਲਾ ਦਾ ਨਾ ਮੁਕਾਮ ਰੱਖੋ, ਕਿਸੇ ਬੀਬੀ ਦਾ, ਕਿਸੇ ਦੁਨੀਆ ਦੌਲਤ ਦਾ, ਕਿਸੇ ਤਾਕਤ ਦਾ, ਸ਼ੋਹਰਤ ਦਾ ਮੁਕਾਮ ਨਾ ਰੱਖੋ। ਇਹ ਸਾਨੂੰ ਮੁਰਸ਼ਦ ਨੇ ਗੱਲ ਸਮਝਾਈ ਹੋ। ਇਹੋ ਸਾ ਜੋ ਆਵੇ ਜਾਵੇ, ਹੋਰ ਨਹੀਂ ਸ਼ੈਕਾਈ ਹੋ। ਹਾਏ 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 ਹਾਏ, ਕੀ ਬਾਤ ਹੈ ਯਾਰ। ਉਹ ਕਹਿੰਦੇ ਨੇ ਕਿ ਸੀਨੇ ਵਿੱਚ ਉਹਦਾ ਹੀ ਮੁਕਾਮ ਹੈ ਜਿਹੜਾ ਸਾਵਾਂ 'ਚ ਵਸਦਾ। ਵੀ ਜਦੋਂ ਤੱਕ ਤੁਹਾਡੇ ਸਾਹ ਨੇ ਨਾ, ਉਦੋਂ ਤੱਕ ਹੀ
ਤੁਸੀਂ ਉਹ ਉਦੋਂ ਤੱਕ ਉਹ ਤੁਹਾਡੇ ਅੰਦਰ ਹੈ, ਜਦੋਂ ਉਹਨੇ ਤੁਹਾਡੇ ਅੰਦਰੋਂ ਨਿਕਲ ਜਾਣਾ ਉਦੋਂ ਤੁਹਾਡੇ ਅੰਦਰ ਬੋ ਰਹਿ ਜਾਣੀ। ਪਤਾ ਨਾ ਬੰਦਾ ਬਹੁਤ ਹੁੰਦਾ ਹੈ, ਜਿਹੜਾ ਸਾਹ ਬੰਦੇ ਚੋਂ ਨਿਕਲ ਜਾਂਦਾ ਤਾਂ ਬੰਦਾ ਬਦਬੂਦਾਰ ਇੱਕ ਰਹਿ ਜਾਂਦਾ, ਬੋ ਜੀ ਰਹਿ ਜਾਂਦੀ ਪਿੱਛੇ। ਸੋ ਕੀ ਗੱਲ ਕਰ ਗਏ ਨੇ ਬਾਬਾ ਜੀ ਸਰਕਾਰ ਕੇ ਸੀਨੇ ਵਿੱਚ ਮੁਕਾਮ ਹੈ ਕਿੰਦਾ, ਵੀ ਤੁਹਾਡੇ ਸੀਨੇ 'ਚ ਕਿੰਦਾ ਮੁਕਾਮ ਹੈ। ਅਸਲ 'ਚ ਸਾਨੂੰ ਮੁਰਸ਼ਦ ਦੀ ਗੱਲ ਸਮਝਾਈ ਹੋ, ਮੁਰਸ਼ਦ ਨੇ ਇਹ ਗੱਲ ਸਾਨੂੰ ਦੱਸ ਛੜੀ ਕਿ ਜੋ ਇਹੋ ਸਾਹ ਜੋ ਆਵੇ ਜਾਵੇ, ਇਹ ਜਿਹੜਾ ਸਾਹ ਹੈ ਨਾ ਇਹ ਹੀ ਅਸਲ 'ਚ ਤੁਹਾਡਾ ਖੁਦਾ ਹੈ। ਹੋਰ ਨਹੀਂ ਸ਼ੈ ਕਾਈ ਹੂ, ਹੋਰ ਕੋਈ ਸ਼ੈ ਨਹੀਂ ਹੈਗੀ, ਕਾਈ ਕੋਈ ਔਰ ਚੀਜ਼ ਨਹੀਂ ਹੈ। ਅਸਲ 'ਚ ਇਹੀ ਤੁਹਾਡਾ ਜਿਹੜਾ ਨਾ ਸੀਨੇ 'ਚ ਜਿਹੜਾ ਮੁਕਾਮ ਹੈ ਨਾ ਇਹ ਤੁਹਾਡਾ ਉਸੇ ਸਾਹ ਦਾ ਹੀ ਹੈ, ਤੇ ਉਹ ਸਾਹ ਹੀ ਰੱਬ ਹੈ। ਇਹਦੇ 'ਚ ਆਪ ਜਿਹੜੇ ਨਾ ਉਹ ਵਾਹਦਤੁਲ ਵਜੂਦ ਦਾ ਜਿਹੜਾ ਨਾ ਕਨਸੈਪਟ ਦੇ ਰਹੇ ਨੇ। ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਨਾ ਉਹ ਜਿਹੜੇ ਇਹ ਸੂਫੀ ਸਨ ਸਾਰੇ ਦੇ ਸਾਰੇ ਵਾਹਦਤੁਲ ਵਜੂਦ ਦੇ ਕਾਇਲ ਸਨ ਕਿ ਦੁਨੀਆ ਦਾ ਇੱਕ ਹੀ ਵਜੂਦ ਹੈ, ਦੁਨੀਆ ਅਸੀਂ ਅੱਲਾਹ ਦੇ ਵਜੂਦ ਦਾ ਹਿੱਸਾ ਵਾਂ। ਠੀਕ ਹੈ, ਇਹ ਇਸ ਗੱਲ। ਫਿਰ ਵਾਹਦਤੁਲ ਸ਼ਹੂਦ ਆਇਆ, ਉਹ ਉਸ ਤੋਂ ਬਾਅਦ ਅੱਗੋਂ ਫਿਰ ਅਸੀਂ ਪੜਾਂਗੇ ਜਦੋਂ ਅਸੀਂ ਅੱਗੇ ਚੱਲਾਂਗੇ। ਮੁਰਸ਼ਿਦ ਮੈਨੂੰ ਹਜ ਮੱਕੇ ਦਾ, ਠੀਕ ਹੈ, ਰਹਿਮਤ ਦਾ ਦਰਵਾਜ਼ਾ ਹੋ, ਕਰੂੰ ਤਵਾਫ ਦਿਵਾਲੇ ਕਿਬਲੇ, ਕਰਾਂ ਤਵਾਫ ਦਿਵਾਲੇ ਕਿਬਲੇ, ਨਿਤ ਹੋਵੇ ਹਜ ਤਾਜ਼ਾ ਹੋ। ਮੁਰਸ਼ਿਦ ਮੈਨੂੰ ਹਜ ਮੱਕੇ ਦਾ ਰਹਿਮਤ ਦਾ ਦਰਵਾਜ਼ਾ ਹੋ, ਕਰਾਂ ਤਵਾਫ ਦਿਵਾਲੇ ਕਿਬਲੇ, ਨਿਤ ਹੋਵੇ ਹਜ ਤਾਜ਼ਾ ਹੋ। ਇਹਦੇ 'ਚ ਕੋਈ ਮੁਸ਼ਕਿਲ ਵਾਲੀ ਗੱਲ ਤਾਂ ਕੋਈ ਨਹੀਂ। ਮਤਲਬ ਇਹ ਹੈ ਕਿ ਮੈਨੂੰ ਜਿਹੜਾ ਮੁਰਸ਼ਿਦ ਹੈ ਨਾ ਮੱਕੇ ਦੇ ਹਜ ਵਰਗਾ ਹੈ ਤੇ ਰਹਿਮਤ ਦਾ ਦਰਵਾਜ਼ਾ ਹੈ ਮੇਰੇ ਵਾਸਤੇ। ਮੈਂ ਉਹਦੇ ਦੁਆਲੇ ਦੁਆਲੇ ਤਵਾਫ ਕਰਾਂਗਾ, ਮੈਨੂੰ ਕਿਬਲੇ ਜਾਣ ਦੀ ਲੋੜ ਹੀ ਨਹੀਂ। ਮੈਨੂੰ ਡੇਲੀ ਜਦੋਂ ਮੈਂ ਉਹਨੂੰ ਵੇਖ ਲਾਂਗਾ, ਗੋਲ ਚਾਰ ਚਫੇਰੇ ਘੁੰਮ ਕੇ ਜਾਂ ਲਾਗੇ ਹੋ ਕੇ ਵੇਖ ਲਾਂ, ਮੇਰਾ ਹਜ ਹੋ ਜਾਏਗਾ। ਫਿਰ ਉਹ ਕਹਿੰਦੇ ਨੇ ਇਲਮੇ ਬਾਦ ਜੋ ਕਰੇ ਫਕੀਰੀ, ਇਲਮ ਦੀ ਅਹਿਮੀਅਤ ਦੱਸ ਰਹੇ ਨੇ ਇੱਥੇ। ਠੀਕ ਹੈ, ਇਲਮੇ ਬਾਦ ਜੋ ਕਰੇ ਫਕੀਰੀ, ਕਾਫਰ ਮਰੇ ਦੀਵਾਨਾ ਹੋ। इलम तो बाहर कोई फकीरी नहीं, पहले इलम सीखो फिर फकर पे आ जाओ। सै वरियां दी करे इबादत, अल्लाह खुनो बगाना हो। सै 100 100। वो कहते ने जो इलम के बगैर फकीरी फकर करता है वो काफर है, वो काफर ही मरेगा, दीवाना, वो पागल है, जनूनी है। ते जे 100 वरे भी 100 साल वरे साल 100 साल भी अगर वो इबादत करता रहेगा तो अल्लाह तो वो बेगाना ही रहेगा, अल्लाह नूं पा नहीं सकता बगैर इलम दे। ठीक है, फिर वो कहते ने ए तन मेरा चश्मा होवे, मैं मुर्शिद वेख ना रज्जा हूं। लू लू दे मुड़ लख लख चश्मे, हिक खोला हिक कज्जा हूं। इतना डिठिया सबर ना आवे, होर किदे वल भज्जा हूं। मुर्शिद दा दीदार है बाहू, मैनू लख करोड़ा हज्जा हूं। मैं हुण समझा देना। ये तन मेरा यानी मेरा जो अंदर है, मेरा जो तन है, अगर ये चश्मा हो, अगर ये आईना हो, अगर ये शीशा हो तो मैं मुर्शिद देख देख के कभी रज्जू ही ना, मेरा दिल ही ना भरे कभी मुर्शिद देख देख के। लू लू दे मुड़ लख लख चश्मे। आपको पता है ये जो लू होते हैं इंसान के अंदर, जो बाल होते हैं इंसान के जिस्म के साथ, इन्हां दे मुड़ च ना लख लख चश्मे बना के, मैं उन्होंने लख लख शीशे बना के ते कदी एक लू दे विच सोने नूं वेखां, कदी दूजे लू च सोने नूं वेखां, कदी तीजे च वेखां। हिक खोला हिक कज्जा हूं, इतना डिठिया सबर ना आवे, होर किदे वल भज्जा हूं। बई इन्ना वेखण तो बाद मैं एक एक लू दे विच जिन्ने लू ने उन्हां सारे लूआं दे विच भी जे मैं वेखां ते मैनूं सबर नहीं आना, तो होर फिर मैं किधर नूं भज्जां। मुर्शिद दा दीदार है बाहू, मैनूं लख करोड़ां हज्जां हूं। मैनूं किते हज करन जाण दी लोड़ ही कोई नहीं, मैं फिर ओनूं वेख वेख के ही कमला हुंदा रहां, ओनूं वेख वेख के ही मैं रज जावां, मेरा जिहड़ा मेरा ना हज भी हो जावे, मेरा सब कुछ ही हो जावे। फिर जी मुर्शिद वसे कोहां उत्ते, मैनू दिसे नेड़े हो। को मीलां दूर, को कहते हैं जो मील होता है। मुर्शिद वसे, मुर्शिद रहता है मीलों दूर, मुझे वो करीब नजर आता है। की होया बुत ओले होया, फिर क्या हुआ अगर वो उनका जो बुत है, जो मेरे मुर्शिद का जो उनका जिस्म है वो दूर है, ओले है, वो मतलब किसी चीज के पीछे छुपा हुआ है, ये वो दूर है। ठीक है, ओले हो ना छुप जाना होया, पर ओ वसे विच मेरे हो। ठीक है, लेकिन वो मेरे अंदर वसता है। मुर्शिद वसे कोहां दूर अते मैनू दिसे नेड़े हो। की होया बुत ओले होया, पर ओ वसे विच मेरे हो। ठीक है, फिर कहते हैं पढ़ पढ़ आलम करन तकबर, हाफिज करन वडियाई हो।
गलियां दे विच फिरन नुमाने वतन किताबां चाई हूँ। आलम है ना, वो पढ़ पढ़ के किताबें पढ़ पढ़ के तकब्बुर, ये जो मौलवियों के खिलाफ, जितने सूफिया देखेंगे आप मौलवियों के खिलाफ, और जो मौलवी हैं वो सूफियों के खिलाफ आपको नजर आएंगे। पढ़ पढ़ जो आलम है वो पढ़ पढ़ के किताबें तकब्बुर करना शुरू कर देते हैं, और हाफिज जो है ना वो बड़ाई करना, वो अपने आप की बड़ाई करने पे लगे रहते हैं। ठीक है, वो कहते हैं भैया हमारी, वो अपनी मतलब आवाज में खूबसूरती लाने के लिए वो चीजें करते रहते हैं, ना कि किरदार में। ठीक है, वो नमाजें तो पढ़ाते हैं लेकिन अखलाकियात में एज कंपेयर टू, तो वो इतने ज्यादा अच्छे नहीं होते। तो ਇੱਥੇ शायद ਉਹਨਾਂ ਦਾ ਹੀ मतलब ਹੋਵੇਗਾ, लेकिन हाफिज ਵਡਿਆਈ ਕਰਦੇ ਨੇ, ਹਾਫਿਜ਼ ਆਪਣੀ ਬੜਾਈ ਕਰਦੇ ਰਹਿੰਦੇ ਨੇ, ਆਪਣੀ ਬੜਾਈ ਕਰਦੇ ਰਹਿੰਦੇ ਨੇ, मैं बहुत चंगा। गलियां दे विच फिरन नुमाने, नुमाना कहते हैं जो बंदा झल्ला सा हो, जो बंदा बहुत समझदार ना हो, उसको कहते हैं। गलियां दे विच फिरन नुमाने वतन किताबां चाहिए, इन्नी किताबां चुक के गलियां च लगे फिरदे ने भी ये ਤੁਹਾਡਾ, यानी ऊपर वो इलम दे ਜਿਹੜਾ ਹਾਸਲ ਕਰਨ ਤੇ ਜ਼ੋਰ ਦੇ ਰਹੇ ਨੇ, ਥੱਲੇ ਉਹ ਇਹ ਕਹਿ ਰਹੇ ਨੇ ਕਿ ਜਿਹੜੇ ਇੱਕ ਖਾਸ ਸ਼ੈ ਦਾ ਇਲਮ, ਕਿਸੇ ਖਾਸ ਮਜ਼ਹਬ ਦਾ ਇਲਮ ਪੜ੍ਹ ਕੇ ਤੇ ਉਹਦੇ ਤੇ ਤਕੱਬਰ ਕਰਨ ਲੱਗ ਪੈਣਾ, ਉਹ ਗਲਤ ਹੈ। ਉਹਨੂੰ ਪੜ੍ਹ ਕੇ ਫਕਰ ਲਿਆ ਜਾਓ। ਠੀਕ ਹੈ ਜੀ। ਫਿਰ ਉਹ ਕਹਿੰਦੇ ਨੇ ਪੀਰ ਮਿਲਿਆ ਜੇ ਪੀੜ ਨਾ ਜਾਵੇ, ਉਸ ਨੂੰ ਪੀਰ ਕੀ ਧਰਨਾ ਹੋ। ਜੇ ਤੁਹਾਡਾ ਮਸਲ ਪੀਰ ਬੰਦਾ ਕਿਉਂ ਪੜਦਾ, ਰੂਹਾਨੀ ਸਕੂਨ ਵਾਸਤੇ, ਤੇ ਜੇ ਪੀਰ ਮਿਲਿਆ ਰੂਹਾਨੀ ਸਕੂਨ ਨਾ ਹੋਵੇ, ਉਹ ਪੀਰ ਜਿਹੜੀ ਤੁਹਾਡੇ ਜ਼ਿੰਦਗੀ ਦੇ ਮਾਮਲਿਆਂ ਦੇ ਮਸਲੇ ਮਸਾਇਲ ਨੂੰ ਨਾ ਜਾਣ, ਉਸ ਪੀਰ ਦਾ ਕੀ ਧਰਨਾ, ਉਸ ਪੀਰ ਨੂੰ ਫਿਰ ਕੀ ਕਹਿਣਾ ਵੀ ਉਹ ਪੀਰ ਦਾ ਕੀ ਫਾਇਦਾ, ਉਹਨੂੰ ਛੱਡ ਦਿਓ। ਮੁਰਸ਼ਿਦ ਮਿਲਿਆ ਇਰਸ਼ਾਦ ਨਾ ਮੰਨਣੋ, ਜੇ ਮੁਰਸ਼ਿਦ ਮਿਲਿਆ ਦਿਲ ਨੂੰ ਕੋਈ ਬੈਠੇ ਬੈਠੇ ਹੀ ਕੋਈ ਖਿਆਲ ਨਾ ਆ ਜਾਵੇ ਚੰਗਾਈ ਦਾ, ਜੇ ਮੁਰਸ਼ਿਦ ਮਿਲਿਆ ਉਹ ਜਿੱਥੇ ਵੀ ਦੂਰ ਬੈਠਾ ਹੈ, ਉਹ ਕੋਹਾਂ ਦੂਰ ਵੀ ਭਾਵੇਂ ਬੈਠਾ ਹੈ, ਤੇ ਜੇ ਦਿਲ ਨੂੰ ਇਰਸ਼ਾਦ ਨਹੀਂ ਹੈਗਾ ਤੇ ਫਿਰ ਉਹ ਮੁਰਸ਼ਿਦ ਦਾ ਕੀ ਕਰਨਾ, ਉਹ ਮੁਰਸ਼ਿਦ ਦਾ ਕੀ ਫਾਇਦਾ। आई होप कि ਤੁਹਾਨੂੰ समझ आ गया होगा। आगे चलना, मैं को जी मेरा दिलबर सोना, मैं की कर उसनू भावा हूं। वो कहता है, बाबा जी कहते हैं कि मैं बदसूरत हूं, को जी खूबसूरत ना होना, मेरा दिलबर सोना, मेरा दिलबर तो याद ही होगा, वो जो दिल को अच्छा लगता है, मैं की कर उसनू भावा हूं, कैसे मैं उसको अच्छी लग जाऊं। भावा अच्छा लगना, की कैसे, की कर कैसे मैं उसको अच्छी लग जाऊं। वेड़े साडे वड़दा ना ही पई लख वसीले पावा हूं। जो मेरा दिलबर है ना, जो मेरा महबूब है, जो मेरा सोना है, वो हमारे घर नहीं आता और मैं उसको लख वसीले लख वास्ते पाती रहती हूँ, मैं उसको लख वास्ते डालती हूँ। ना मैं सोनी ना दौलत पल्ले क्यों कर यार मनावा हूं, ना तो मैं खूबसूरत हूं ना मेरे पास ज्यादा पैसा है, तो मैं कैसे अपने यार को मना लूं। ये दुख हमेशा रहसी बाहो कि ते रोंदी ना मर जावा हो, ये दुख मुझे हमेशा रहेगा कि कहीं मैं रोती हुई ना मर जाऊं। मैं को जी मेरा दिलबर सोना, मैं की कर उसनू भावा हूं, वेड़े साडे वड़दा ना ही पई लख वसीले पावा हूं, ना मैं सोनी ना दौलत पल्ले क्यों कर यार मनावा हूं। ये दुख हमेशा रहसी बाहो कि ते रोंदी ना मर जावा हो। फिर जी अगे आ जाओ, वो मौलवियों को कहते हैं, वो ऐसे लोगों को जो अपने आप को कुछ और शो करते हैं, वो कहते हैं कि तस्बीह फेरी पर दिल ना फेरिया, कि लेना तस्बीह फाड़ के हो। मतलब तस्बीह का दाना तो हम फेरते हैं लेकिन दिल को हम नहीं काम करते। कहता है फिर क्या फायदा उस तस्बीह पकड़ने का, इलम पढ़िया ते अदब ना सीखिया, कि लेना इलम नू पढ़ के हो। मतलब अगर इलम आपने सीख लिया और आपको अदब नहीं आया तो फिर आपका इलम बेमाना बेफायदा है। फिर वो कहते ने हिकदम मिथों जुदा ना होया, दिल मिलने ते आया हूँ, मुर्शिद ऐन हयाती बाहू मेरे लूलू विच समाया हूँ। वो कहते ने लोग एवें ही कहते ने मुर्शिद दूर है, मुर्शिद एकदम एक वरी भी मिथों मुझसे जुदा अलग नहीं हुआ, दिल मिलने ते आया हूँ, जो भी दिल मेरा चाहे वो मिलना आ गया। मुर्शिद ऐन हयाती, असल जिंदगी मेरा मुर्शिद है, मेरे लू अंदर वही समाता है, मेरे अंदर मेरा मुर्शिद ही है। रोज रोजी उड खान हमेशा नहीं कर दे ना माल जखीरा हो। ये परिंदियां दे बारे कहते हैं कि परिंदे ना मर्द वाकू बंदियां वाकू इंसान वाकू लालच नहीं करते, तमा नहीं करते, हिरस नहीं करते, वो रोज उड़ के जाते ने, रोज रोजी उड खान हमेशा उड़ के जाते ने ते रोटी खा के वापस आ जाते ने, नहीं करते माल जखीरा हो, अपने नाल अपने माल जखीरा नहीं करते। मौला खर्च पचावे बाहू जो पत्थर विच कीड़ा हो, कि अल्लाह पाक तो जो पत्थर दे विच कीड़ा है ना, उसको भी खर्च, उसको भी माल, उसको भी दाना दुनका पहुंचाता है। ठीक है, तो आई होप अभी तुहानू समझ आ गया होना, आखिरी ही पढ़ ली है।
ਆ ਨਾ ਦੁਨੀਆ ਦੀ ਮੁਸਲਮਾਨ ਹਕਾਇਕ ਦੇ ਬਾਰੇ ਆਪਨੇ ਲਿਖਿਆ ਹੈ, ਨਾਲਕ ਸੰਗੀ ਸੰਗ ਨਾ ਕਰੀਏ, ਕੱਲ ਨੂੰ ਲਾਜ ਨਾ ਲਾਈਏ ਹੋ ਕਿਸੇ ਗੰਦੇ ਬੰਦੇ ਦੇ ਨਾਲ। ਇਹ ਹੁਣ ਤੁਹਾਡੇ ਸਾਰਿਆਂ ਵਾਸਤੇ ਵੀ ਹੈ, ਤੁਸੀਂ ਆਪਣੀ ਜਵਾਨੀ ਦੇ ਪੀਕ ਡੇਜ਼ ਦੇ ਉੱਤੇ ਉਹ ਕਿਸੇ ਗੰਦੇ ਬੰਦੇ ਦੇ ਨਾਲ ਨਾ ਸੰਗ ਨਾ ਕਰਨਾ, ਭਾਵੇਂ ਉਹ ਤੁਹਾਡੇ ਪੈਰ ਫੜ ਲੈ। ਉਹਦੀ ਨੇਚਰ ਦੇ ਮੁਤਾਬਕ ਕੋਸ਼ਿਸ਼ ਕਰਨੀ ਕਿ ਉਹਦੀ ਨੇਚਰ ਨੂੰ ਪਹਿਲੋਂ, ਉਹਦੇ ਕੋਲ ਪੈਸੇ ਕਿੰਨੇ ਨੇ ਕਦੀ ਕੰਸੀਡਰ ਨਾ ਕਰਨਾ, ਪੈਸੇ ਸਕੂਨ ਨਹੀਂ ਦਿੰਦੇ। ਉਹਦੀ ਨੇਚਰ ਦੇ ਨਾਲ, ਉਹਦੀ ਨੇਚਰ ਨੂੰ ਕੰਸੀਡਰ ਕਰਦੇ ਹੋਇਆ ਚੱਲਣਾ ਹਮੇਸ਼ਾ। ਜੇ ਉਹ ਗੰਦਾ ਬੰਦਾ ਹੈ, ਨਾਲ ਇੱਕ ਸੰਗੀ ਕਿ ਜਿੰਦਾ ਸੰਗ ਹੀ ਗੰਦਾ ਹੈ, ਜਿਹਦਾ ਜ਼ਿੰਦਗੀ ਦੇ ਮਾਮਲਾਤ ਜਿਹੜੇ ਮਨਫੀ ਸੋਚ ਦਾ ਮਾਲਕ ਬੰਦਾ ਹੈ ਨਾ, ਉਹਦੇ ਨਾਲ ਸੰਗ ਨਹੀਂ ਕਰਨਾ। ਕੱਲ ਨੂੰ ਲਾਗ, ਕਿਉਂਕਿ ਕੱਲ ਨੂੰ ਲਾਜ ਲੱਗ ਜਾਏਗੀ, ਕੱਲ ਤੁਹਾਡੀ ਤਬਾਹ ਹੋ ਜਾਏਗੀ। ठीक है। तुम्हें तरबूज मोल न होंदे, जो कड़वा होता है ना, वो तुम्हें कड़वा बहुत ज्यादा होता है ना, तो तुम्हें वो तरबूज जैसा ही दिखता है। ठीक है। तुम्हें तरबूज मोल ना होंदे, उन्हां दी कीमत एक वर्गी नहीं होंदी। ਤੋੜ ਮੱਕੇ ਲੈ ਜਾਈਏ ਹੋ, ਭਾਵੇਂ ਉਹਨਾਂ ਨੂੰ ਚੁੱਕ ਕੇ ਨਾ ਤੁਮੇ ਤੇ ਤਰਬੂਜ਼ੀਆ ਦਾ ਮੁੱਲ ਇੱਕ ਜਿਹਾ ਨਹੀਂ ਹੁੰਦਾ, ਭਾਵੇਂ ਉਹਨਾਂ ਨੂੰ ਮੱਕੇ ਲੈ ਜਾਈਏ ਫਿਰ ਵੀ ਉਹ ਤੁਮਾ ਹੀ ਰਹੇਗਾ ਤੇ ਤਰਬੂਜ਼ ਹੀ ਰਹੇਗਾ। ਨਾ ਉਹ ਮਿੱਠੇ ਹੋਣਗੇ ਤੁਮੇ ਤੇ ਨਾ ਹੀ ਉਹਨਾਂ ਦੀ ਕੀਮਤ ਵਧੇਗੀ। कावां दे बच्चे हंस न थींदे, जो कौवे का बच्चा होगा, जो मक्कार का बच्चा होगा, वो कभी भी शरीफ हरकत नहीं करेगा। बहुत कम चांस है, बाद में उनका तो ये भी तो है ना, गन्ने चो गंडेला भी तो होता है ना, लेकिन बहुत रेयर चांस है वो कोई अच्छा हो। कावां दे बच्चे हंस न थींदे, मोती चोग चुगाइए। भावें हुण तुसीं एक गलत नस्ल दे बंदे दे नाल जिन्ना भी अच्छाई कर लोगे ना, वो तुहानूं हीर, ਤੁਹਾਨੂੰ ਉਹ ਬਾਜੀ ਲਾ ਕੇ ਜਾਏਗਾ, ਤੁਹਾਨੂੰ ਛੱਡ ਕੇ ਜਾਏਗਾ, ਤੁਹਾਡਾ ਨੁਕਸਾਨ ਕਰਕੇ ਜਾਏਗਾ। ਭਾਵੇਂ ਉਹਨਾਂ ਨੂੰ ਮੋਤੀ ਚੋਗ ਭਾਵੇਂ ਉਹਨਾਂ ਨੂੰ ਮੋਤੀ ਖਵਾਉਂਦੇ ਰਹੋ, ਭਾਵੇਂ ਉਹਨਾਂ ਨੂੰ ਜੋ ਮਰਜ਼ੀ ਤਲੀਆਂ ਤੇ ਜੋ ਮਰਜ਼ੀ ਕਰ। ਕੌੜੇ ਖੂਹ ਨਾ ਮਿੱਠੇ ਹੁੰਦੇ, ਜਿਹੜੇ ਕੌੜੇ ਖੂਹ ਹੁੰਦੇ ਨੇ ਨਾ, ਇੱਥੇ ਕੌੜੇ ਟੋਏ ਦੀ ਗੱਲ ਨਹੀਂ ਹੁੰਦੀ। ਥੋੜਾ ਜਿਹਾ ਪਾਣੀ ਕੌੜਾ ਹੋਵੇ ਤਾਂ ਸਹੀ ਹੋ ਜਾਂਦਾ, ਲੇਕਿਨ ਜਦੋਂ ਪੂਰਾ ਖੂਹ ਹੀ ਕੌੜਾ ਹੋਵੇ ਨਾ, ਫਿਰ ਉਹ ਨਹੀਂ ਕਦੀ ਵੀ ਮਿੱਠਾ ਹੁੰਦਾ। ਭਾਵੇਂ ਮਨਾ ਖੰਡ ਵਿੱਚ ਪਾਈਏ ਹੋ, ਭਾਵੇਂ ਉਹਦੇ ਵਿੱਚ ਮਣਾ ਖੰਡ ਵੀ ਪਾ ਦਈਏ, ਫਿਰ ਕੌੜਾ ਪਾਣੀ, ਕੌੜਾ ਖੂਹ ਕੌੜਾ ਹੀ